एवरीवन वेलकम और वेलकम बैक टू माई चैनल BA ਸਮੈਸਟਰ 3 ਹਿਸਟਰੀ ਦੀ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਕਵਰ ਕਰਾਂਗੇ ਭਾਰਤ ਵਿੱਚ ਰਾਜਨੀਤਿਕ ਜਾਗ੍ਰਿਤੀ ਦਾ ਉਦੈ ਪੋਲੀਟੀਕਲ ਕੌਨਸ਼ੀਅਸਨੈਸ ਇਨ ਇੰਡੀਆ। ਸੋ ਕਾਰਨ ਕੀ ਜ਼ਿੰਮੇਵਾਰ ਸੀ ਰਾਜਨੀਤਿਕ ਜਾਗ੍ਰਿਤੀ ਦੇ? ਸਭ ਤੋਂ ਪਹਿਲਾਂ ਤਾਂ 19ਵੀਂ ਸਦੀ ਦੇ ਵਿੱਚ ਸਮਾਜਿਕ ਧਾਰਮਿਕ ਅੰਦੋਲਨ ਚੱਲੇ ਸੀ। ਬ੍ਰਹਮ ਸਮਾਜ, ਆਰੀਆ ਸਮਾਜ ਹੋ ਗਿਆ, ਠੀਕ ਹੈ। ਤਾਂ ਇਹਨਾਂ ਦੇ ਨਾਲ ਸੀ ਰਾਸ਼ਟਰੀ ਚੇਤਨਾ ਪੈਦਾ ਹੋ ਰਹੀ ਸੀ ਲੋਕਾਂ ਦੇ ਵਿੱਚ ਅਤੇ ਦੇਸ਼ ਭਗਤੀ ਪੈਦਾ ਹੋ ਰਹੀ ਸੀ ਅਤੇ ਨਾਲ ਹੀ ਨਿਊਜ਼ਪੇਪਰ ਪ੍ਰੈਸ ਨੇ ਵੀ ਭੂਮਿਕਾ ਨਿਭਾਈ ਅਤੇ ਨਾਲ ਹੀ ਅੰਗਰੇਜ਼ੀ ਸਰਕਾਰ ਨੇ ਵਿਲੀਅਮ ਬੈਟਿੰਕ ਨੇ ਜਾਤ ਪਾਤ ਦੀ ਭੇਦਭਾਵਨਾ ਸਤੀ ਪ੍ਰਥਾ ਜਿਹੜੀ ਸੀਗੀ ਖਤਮ ਕਰਤੀ ਸੀ। ਤਾਂ ਇਸ ਕਰਕੇ ਵੀ ਰਾਸ਼ਟਰੀ ਚੇਤਨਾ ਜਾਗਰਿਤ ਹੋ ਰਹੀ ਸੀ। ਪੱਛਮੀ ਸਿੱਖਿਆ ਵੀ ਕਿਤੇ ਕਿਤੇ ਤੱਕ ਇਹਦੇ ਵਿੱਚ ਜ਼ਿੰਮੇਵਾਰ ਸੀ। ਫਿਰ ਅਗਲਾ ਕੁਐਸਚਨ ਹੈਗਾ ਓਰੀਐਂਟਲਿਸਟ। ਤਾਂ ਓਰੀਐਂਟਲਿਸਟ ਕੀ ਹੁੰਦੇ ਨੇ? ਉਹ ਯੂਰਪੀ ਵਿਦਵਾਨ ਜਿਨ੍ਹਾਂ ਨੂੰ ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਬਹੁਤ ਪਿਆਰ ਹੁੰਦਾ ਹੈ, ਡੂੰਘੇ ਅਧਿਐਨ ਇਹ ਕਰਦੇ ਨੇ ਅਤੇ ਖਾਸ ਕਰਕੇ ਉਹਨਾਂ ਦਾ ਉਦੇਸ਼ ਸੀ ਭਾਰਤੀ ਭਾਸ਼ਾਵਾਂ ਨੂੰ ਪੜ੍ਹਨਾ, ਸੰਸਕ੍ਰਿਤੀ ਦਾ ਗਿਆਨ ਪ੍ਰਾਪਤ ਕਰਨਾ, ਸੰਸਕ੍ਰਿਤ ਭਾਸ਼ਾ ਦਾ। ਅਤੇ ਉਹਨਾਂ ਨੇ ਓਰੀਐਂਟਲਿਸਟ ਨੇ ਭਾਰਤੀ ਸੱਭਿਅਤਾ ਸੰਸਕ੍ਰਿਤੀ 'ਤੇ ਨਵਾਂ ਪ੍ਰਕਾਸ਼ ਪਾਇਆ। ਇਹਦੇ ਵਿੱਚ ਜਿਹੜੇ ਓਰੀਐਂਟਲਿਸਟ ਦਾ ਨਾਮ ਹੈ ਉਹ ਹੈ ਚਾਰਲਸ ਵਿਲਿੰਕਸ ਅਤੇ ਵਿਲੀਅਮ ਜੋਨਸ, ਜੇਮਸ ਪ੍ਰਿੰਸਿਪ, ਮੈਕਸ ਮੁੱਲਰ ਅਤੇ ਅਲੈਗਜ਼ੈਂਡਰ। ਇਹ ਓਰੀਐਂਟਲਿਸਟ ਹੋਏ ਨੇ ਜਿਨ੍ਹਾਂ ਨੇ ਜਿਹੜਾ ਸੀ ਡੂੰਘੀ ਸਟੱਡੀ ਕੀਤੀ ਸੰਸਕ੍ਰਿਤ ਭਾਸ਼ਾ ਦੀ, ਭਾਰਤੀ ਭਾਸ਼ਾਵਾਂ ਦੀ ਅਤੇ ਨਵਾਂ ਗਿਆਨ ਜਿਹੜਾ ਸੀਗਾ ਪਸਾਰਿਆ, ਭਾਰਤੀ ਸੱਭਿਅਤਾ ਬਾਰੇ ਲੋਕਾਂ ਨੂੰ ਦੱਸਿਆ। ਸੋ ਬਹੁਤ ਇੰਪੋਰਟੈਂਟ ਕੁਐਸਚਨ ਹੈ। ਵਰਨੈਕੂਲਰ ਪ੍ਰੈਸ ਐਕਟ 1878। ਵਰਨੈਕੂਲਰ ਪ੍ਰੈਸ ਐਕਟ ਕਿਹੜਾ ਹੈਗਾ? ਲਾਰਡ ਰਿੰਟਨ ਨੇ 1878 ਦੇ ਵਿੱਚ ਵਰਨੈਕੂਲਰ ਪ੍ਰੈਸ ਐਕਟ ਪਾਸ ਕੀਤਾ। ਭਾਰਤੀ ਭਾਸ਼ਾਵਾਂ ਵਿੱਚ ਛਪਣ ਵਾਲੀਆਂ ਅਖਬਾਰਾਂ ਦੇ ਉੱਤੇ ਰੋਕ ਲਗਾਤੀ ਵਰਨੈਕੂਲਰ ਪ੍ਰੈਸ ਐਕਟ ਪਾਸ ਕਰਕੇ ਅਤੇ ਹਰੇਕ ਮੈਜਿਸਟ੍ਰੇਟ ਨੂੰ ਇਹ ਅਧਿਕਾਰ ਦਿੱਤਾ ਕਿ ਅਗਰ ਹਰੇਕ ਅਖਬਾਰ ਦੇ ਪ੍ਰਕਾਸ਼ਤ ਤੋਂ ਇੱਕ ਨਿਸ਼ਚਿਤ ਰਕਮ ਜ਼ਮਾਨਤ ਦੇ ਰੂਪ ਵਿੱਚ ਜਮ੍ਹਾਂ ਕਰਾਉਣ। ਜੇਕਰ ਕੋਈ ਅਖਬਾਰ ਉਹਨਾਂ ਦੇ ਵਿਰੁੱਧ ਛਪਦਾ ਹੈ, ਕੋਈ ਖਬਰ ਛਪਦੀ ਹੈ, ਭਾਰਤੀਆਂ ਵਿੱਚ ਅਸ਼ਾਂਤੀ ਫੈਲਣ ਦਾ ਡਰ ਹੁੰਦਾ ਹੈ, ਤਾਂ ਸਰਕਾਰ ਦੀ ਜਾਂ ਫਿਰ ਮਾਨਹਾਨੀ ਹੁੰਦੀ ਹੈ, ਤਾਂ ਖਬਰ ਜਿਹੜੀ ਹੈ ਉਹ ਪਬਲਿਸ਼ ਨਾ ਕੀਤੀ ਜਾਵੇ ਅਤੇ ਨਾਲ ਹੀ ਉਸ ਅਖਬਾਰ ਦੀ ਜਿਹੜੀ ਜ਼ਮਾਨਤ ਹੈ ਉਹ ਵੀ ਜ਼ਬਤ ਕਰ ਲਈ ਜਾਏਗੀ, ਠੀਕ ਹੈ। ਸੋ ਤਾਂ ਕਰਕੇ ਡਰ ਦੇ ਮਾਰੇ ਜਿਹੜੇ ਪ੍ਰੈਸ ਵਾਲੇ, ਮੀਡੀਆ ਵਾਲੇ ਸੀਗੇ ਉਹ ਸਿਰ ਨਹੀਂ ਸੀ ਚੱਕ ਰਹੇ। ਆਰਮਜ਼ ਐਕਟ। ਆਰਮਜ਼ ਐਕਟ ਦਾ ਮਤਲਬ ਕੀ ਹੁੰਦਾ ਹੈ ਕਿ ਹਥਿਆਰ ਵਗੈਰਾ, ਲਾਇਸੈਂਸ ਹਥਿਆਰ ਵਗੈਰਾ ਐਸੀਆਂ ਚੀਜ਼ਾਂ। ਤਾਂ ਆਰਮਜ਼ ਐਕਟ ਦੇ ਵਿੱਚ ਲਾਰਡ ਲਿੰਟਨ ਜਿਹੜਾ 1876 ਤੋਂ 80 ਤੱਕ ਭਾਰਤ ਦਾ ਵਾਇਸਰਾਏ ਰਿਹਾ ਹੈ, ਇਸਨੇ ਕਿਹਾ ਕਿ 1878 ਦੇ ਵਿੱਚ ਆਰਮਜ਼ ਐਕਟ ਜਿਹੜਾ ਸੀ ਇਸਨੇ ਪਾਸ ਕੀਤਾ। ਇਹ ਕਹਿੰਦਾ ਵੀ ਕਿਸੇ ਵੀ ਭਾਰਤੀ ਕੋਲੇ ਬਿਨਾਂ ਲਾਇਸੈਂਸ ਹਥਿਆਰ ਨਹੀਂ ਹੋਣਾ ਚਾਹੀਦਾ ਅਤੇ ਬਿਨਾਂ ਲਾਇਸੈਂਸ ਉਹ ਵਪਾਰ ਵੀ ਨਹੀਂ ਇਸ ਚੀਜ਼ ਦਾ ਕਰ ਸਕਦਾ, ਆਰਮਜ਼ ਦਾ ਯਾਨੀ ਕਿ ਹਥਿਆਰਾਂ ਦਾ। ਅਤੇ ਅਗਰ ਕੋਈ ਇਸ ਐਕਟ ਦੀ ਉਲੰਘਣਾ ਕਰੇਗਾ 3 ਸਾਲ ਦੀ ਜੇਲ੍ਹ ਜਾਂ ਫਿਰ ਜੁਰਮਾਨਾ ਅਤੇ ਜੇਲ੍ਹ ਦੋਨੋਂ ਚੀਜ਼ਾਂ ਹੋਣਗੀਆਂ। ਪਰ ਅੰਗਰੇਜ਼ ਲਾਇਸੈਂਸ ਤੋਂ ਬਿਨਾਂ ਵੀ ਰਿਵਾਲਵਰ ਰੱਖ ਸਕਦੇ ਸੀ, ਬਿਨਾਂ ਵੀ ਅਤੇ ਨਾਲ ਵੀ ਲਾਇਸੈਂਸ ਤੇ ਰਿਵਾਲਵਰ ਰੱਖ ਸਕਦੇ ਸੀ, ਉਹਨਾਂ 'ਤੇ ਕੋਈ ਪਾਬੰਦੀ ਨਹੀਂ ਸੀ। ਇਹ ਸਿਰਫ ਭਾਰਤੀਆਂ ਲਈ ਹੀ ਬਣਾਇਆ ਗਿਆ ਸੀ ਆਰਮਜ਼ ਐਕਟ ਕਿ ਬਿਨਾਂ ਹਥਿਆਰ, ਬਿਨਾਂ ਲਾਇਸੈਂਸ ਤੋਂ ਹਥਿਆਰ ਤੁਸੀਂ ਨਹੀਂ ਰੱਖ ਸਕਦੇ। ਇਲਬਰਟ ਬਿੱਲ। ਇਲਬਰਟ ਬਿੱਲ ਕੀ ਸੀ? ਉਸ ਸਮੇਂ ਪ੍ਰਚਲਿਤ ਫੌਜਦਾਰੀ ਕਾਨੂੰਨ ਦੇ ਅਨੁਸਾਰ ਕੋਈ ਵੀ ਭਾਰਤੀ ਮੈਜਿਸਟ੍ਰੇਟ ਸੈਸ਼ਨ ਜੱਜ ਕਿਸੇ ਵੀ ਅੰਗਰੇਜ਼ ਅਪਰਾਧੀ ਦੀ ਸੁਣਵਾਈ ਨਹੀਂ ਸੀ ਕਰ ਸਕਦਾ। ਅਜਿਹੀ ਕੋਈ ਪਾਬੰਦੀ ਯੂਰਪੀਅਨ ਜੱਜ 'ਤੇ ਨਹੀਂ ਸੀ ਲਗਾਈ ਗਈ। ਹੁਣ ਦੇਖੋ ਭਾਰਤ ਦਾ ਕੋਈ ਵੀ ਜੱਜ ਹੈ ਉਹ ਅਗਰ ਕੋਈ ਫੋਰ ਐਗਜ਼ਾਮਪਲ ਅੰਗਰੇਜ਼ ਕੋਈ ਪ੍ਰੋਬਲਮੈਟਿਕ ਚੀਜ਼ ਕਰਦਾ ਹੈ, ਕੋਈ ਕ੍ਰਾਈਮ ਕਰਦਾ ਹੈ, ਤਾਂ ਭਾਰਤੀ ਜੱਜ ਉਸ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰ ਸਕਦਾ, ਨਾ ਹੀ ਸੁਣਵਾਈ ਕਰ ਸਕਦਾ। ਲੇਕਿਨ ਯੂਰਪੀਅਨ ਜੱਜ ਜਿਹੜੇ ਸੀਗੇ ਉਹ ਸਭ 'ਤੇ ਕਾਰਵਾਈਆਂ ਕਰ ਰਹੇ ਸੀ। ਇਸ ਕਰਕੇ ਜਿਹੜਾ ਸੀਗਾ ਇਸ ਭੇਦਭਾਵ ਨੂੰ ਖਤਮ ਕਰਨ ਲਈ ਲਾਰਡ ਰਿਪਨ ਨੇ 1883 ਦੇ ਵਿੱਚ ਕੇਂਦਰੀ ਵਿਧਾਨ ਸਭਾ 'ਚ ਇਲਬਰਟ ਬਿੱਲ ਪੇਸ਼ ਕੀਤਾ ਅਤੇ ਅੰਗਰੇਜ਼ਾਂ ਨੇ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕੀਤਾ ਕਿਉਂਕਿ ਇਹ ਉਹਨਾਂ ਦੇ ਵਿਰੁੱਧ ਸੀ, ਠੀਕ ਹੈ। ਸੋ ਇੰਡੀਅਨ ਐਸੋਸੀਏਸ਼ਨ ਦੇ ਦੋ ਉਦੇਸ਼। ਇੰਡੀਅਨ ਐਸੋਸੀਏਸ਼ਨ ਦਾ ਮੇਨ ਮੋਟੋ ਸੀ ਜਨਮਤ ਨਿਰਮਾਣ ਕਰਨਾ, ਰਾਸ਼ਟਰੀ ਹਿੱਤਾਂ 'ਚ ਏਕਤਾ ਪੈਦਾ ਕਰਨੀ, ਹਿੰਦੂ ਮੁਸਲਮਾਨਾਂ ਦੇ ਭਾਈਚਾਰੇ ਦਾ ਵਿਕਾਸ ਕਰਨਾ, ਮਹਾਨ ਲੋਕ ਅੰਦੋਲਨਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਮੂਲੀਅਤ ਕਰਨਾ, ਮਤਲਬ ਪਬਲਿਕ ਜਿਹੜੀਆਂ ਮੀਟਿੰਗ ਸੀ ਉਹ ਬੁਲਾਉਣੀਆਂ। ਓ ਹਿਊਮ। ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਓ ਹਿਊਮ ਨੇ ਕੀਤੀ ਸੀ। ਤਾਂ ਇਹ ਕੌਣ ਸੀ? ਤਾਂ ਇਹ ਜਿਹੜਾ ਸੀਗਾ 1885 ਦੇ ਵਿੱਚ ਇਸਨੇ ਓ ਹਿਊਮ ਨੇ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕੀਤੀ। ਉਸਦਾ ਵਿਚਾਰ ਸੀ ਕਿ ਅੰਗਰੇਜ਼ੀ ਸਰਕਾਰ ਜੋ ਵੀ ਕੁਝ ਭਾਰਤ 'ਚ ਕਰ ਰਹੀ ਹੈ ਉਸ ਸੰਬੰਧ ਦੇ ਵਿੱਚ ਭਾਰਤੀਆਂ ਦੇ ਵਿਚਾਰਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਅੰਗਰੇਜ਼ ਸਰਕਾਰ ਸਹੀ ਕਰ ਰਹੀ ਹੈ ਜਾਂ ਨਹੀਂ ਕਰ ਰਹੀ। ਤਾਂ ਇਹਨਾਂ ਵਿਚਾਰਾਂ ਦਾ ਲਾਭ ਉਠਾ ਕੇ ਸਰਕਾਰ ਆਪਣੀਆਂ ਨੀਤੀਆਂ ਵਿੱਚ ਲੋੜ ਅਨੁਸਾਰ ਸੁਧਾਰ ਕਰ ਸਕਦੀ ਹੈ, ਗੰਭੀਰ ਖਤਰੇ ਤੋਂ ਬਚ ਸਕਦੀ ਹੈ। ਤਾਂ ਇਸਨੇ ਤਾਂ ਕਰਕੇ ਕਾਂਗਰਸ ਦੀ ਸਥਾਪਨਾ ਕੀਤੀ ਸੀ। ਕਾਂਗਰਸ ਦੇ ਮੁੱਢਲੇ ਉਦੇਸ਼ ਕੀ ਸੀ ਜਿਹੜੇ ਓ ਹਿਊਮ ਨੇ ਇਸਟੈਬਲਿਸ਼ ਕੀਤੀ ਸੀ? ਦੇਸ਼ ਦੇ ਕਲਿਆਣ ਲਈ ਦੋਸਤਾਨਾ ਸੰਬੰਧ ਸਥਾਪਿਤ ਕਰਨੇ, ਪ੍ਰਾਂਤਵਾਦ, ਜਾਤੀਵਾਦ, ਧਾਰਮਿਕ ਮਤਭੇਦ ਖਤਮ ਕਰਨਾ, ਰਾਸ਼ਟਰੀਅਤਾ
ਜਾਗਰਿਤ ਕਰਨੀ, ਲੋਕ ਭਲਾਈ ਦੇ ਕੰਮ ਕਰਨੇ ਅਤੇ ਆਰਥਿਕ ਸਮਾਜਿਕ ਸਹੂਲਤਾਂ ਜਿਹੜੀਆਂ ਨੇ ਉਹ ਦੇਣੀਆਂ ਲੋਕਾਂ ਨੂੰ। ਨਰਮ ਦਲ ਅਤੇ ਗਰਮ ਦਲ ਦੋ ਧੜੇ ਬਣੇ ਹੋਏ ਸੀਗੇ ਰਾਜਨੀਤਿਕ ਅੰਦੋਲਨ ਦੇ ਵਿੱਚ। ਉਦਾਰਵਾਦੀ ਦਲ ਜਿਸ ਨੂੰ ਨਰਮ ਦਲ ਵੀ ਕਿਹਾ ਜਾਂਦਾ ਸੀ, 1885 ਤੋਂ 1905 ਤੱਕ ਇਹ ਪ੍ਰਭਾਵ 'ਚ ਰਿਹਾ। ਨਰਮ ਦਲ ਸੌਫਟ ਇਹ ਹੁੰਦੇ ਸੀ ਉਦਾਰਵਾਦੀ ਲਿਬਰਲਿਸਟ, ਅਤੇ ਇਸ ਦਲ ਦੇ ਨੇਤਾ ਆਪਣੀਆਂ ਮੰਗਾਂ ਮਨਵਾਉਣ ਲਈ ਸੰਵਿਧਾਨਕ ਅਤੇ ਸ਼ਾਂਤੀ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਆਪਣੇ ਭਾਸ਼ਣ ਦਿੰਦੇ ਸੀ, ਅਖਬਾਰਾਂ ਦੇ ਵਿੱਚ ਬੇਨਤੀ ਪੱਤਰ ਛਪਵਾ ਕੇ ਅੰਗਰੇਜ਼ਾਂ ਦੇ ਅੱਗੇ ਨਰਮੀ ਦੇ ਨਾਲ ਪੇਸ਼ ਆਉਂਦੇ ਸੀਗੇ। ਠੀਕ ਹੈ, ਸੋ ਇਹ ਨਰਮ ਦਲ ਵਾਲੇ ਸੀ। ਉਸ ਤੋਂ ਬਾਅਦ ਦੇ ਵਿੱਚ ਉਹ ਭਾਰਤ ਦੇ ਪਹਿਲੇ ਰਾਜਨੀਤਿਕ ਸੰਗਠਨ ਦੇ ਵੀ ਨਿਰਮਾਤਾ ਸੀਗੇ। ਜੇਕਰ ਉਹ ਸ਼ੁਰੂ ਵਿੱਚ ਅੰਗਰੇਜ਼ਾਂ ਦੇ ਨਾਲ ਉਗਰ ਵਿਵਹਾਰ ਅਪਣਾਉਂਦੇ, ਦਮਨਕਾਰੀ ਨੀਤੀਆਂ ਵਿਰੁੱਧ ਜਿਹੜਾ ਸੀਗਾ ਆਵਾਜ਼ ਚੁੱਕਦੇ, ਤਾਂ ਇਹ ਜਿਹੜੀ ਸੀਗੀ ਪਹਿਲਾਂ ਹੀ ਆਜ਼ਾਦੀ ਦੀ ਲੜਾਈ ਜਿਹੜੀ ਸੀਗੀ ਆਪਣੀ ਖਤਮ ਹੋ ਜਾਣੀ ਸੀਗੀ। ਅਤੇ ਇਹ ਕਾਂਗਰਸ ਦੇ ਸਾਲਾਨਾ ਇਜਲਾਸਾਂ ਦੇ ਵਿੱਚ ਭਾਰਤ ਦੇ ਵੱਖ-ਵੱਖ ਭਾਗਾਂ ਤੋਂ ਵੱਖ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕ ਇਕੱਠੇ ਹੁੰਦੇ ਸੀ। ਇਹਨਾਂ ਨੇ ਵੀ ਰਾਸ਼ਟਰੀ ਏਕਤਾ ਨੂੰ ਉਤਸ਼ਾਹ ਦਿੱਤਾ ਅਤੇ ਉਦਾਰਵਾਦੀਆਂ ਨੇ ਆਪਣੇ ਪ੍ਰਚਾਰ ਦੁਆਰਾ ਬ੍ਰਿਟਿਸ਼ ਸਾਮਰਾਜਵਾਦ ਦੀ ਅਸਲ ਤਸਵੀਰ ਵੀ ਜਿਹੜੀ ਸੀਗੀ ਲੋਕਾਂ ਸਾਹਮਣੇ ਰੱਖੀ। ਗੋਪਾਲ ਕ੍ਰਿਸ਼ਨ ਗੋਖਲੇ। ਹੁਣ ਗੋਪਾਲ ਕ੍ਰਿਸ਼ਨ ਗੋਖਲੇ ਕੌਣ ਸੀਗੇ? ਮਹਾਨ ਉਦਾਰਵਾਦੀ ਨੇਤਾ। ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਮਹਾਤਮਾ ਗਾਂਧੀ ਨੇ ਉਹਨਾਂ ਨੂੰ ਆਪਣਾ ਗੁਰੂ ਬਣਾਇਆ, ਰਾਜਨੀਤਿਕ ਗੁਰੂ। ਅਤੇ ਸਿੱਖਿਆ, ਸਮਾਜ ਸੁਧਾਰ ਦੇ ਖੇਤਰਾਂ ਦੇ ਵਿੱਚ ਗੋਪਾਲ ਕ੍ਰਿਸ਼ਨ ਗੋਖਲੇ ਨੇ ਬਹੁਤ ਯੋਗਦਾਨ ਦਿੱਤਾ। ਸਰਵੈਂਟਸ ਆਫ ਇੰਡੀਅਨ ਸੁਸਾਇਟੀ ਨਾਮ ਦੀ ਸੰਸਥਾ ਵੀ ਉਹਨਾਂ ਨੇ ਸਥਾਪਿਤ ਕੀਤੀ। ਲਾਲ ਬਾਲ ਪਾਲ, ਇਹਨਾਂ ਤੋਂ ਕੀ ਭਾਵ ਹੈ? ਗਰਮ ਦਲ ਦੇ ਨੇਤਾ ਜਿਹੜੇ ਸੀਗੇ ਕੌਣ ਸੀਗੇ? ਠੀਕ ਹੈ, ਇਹ ਲਾਲ ਚੰਦਰ ਬਾਲ ਗੰਗਾਧਰ ਤਿਲਕ, ਵਿਪਨ ਚੰਦਰ ਪਾਲ ਅਤੇ ਲਾਲਾ ਲਾਜਪਤ ਰਾਏ। ਲਾਲ ਬਾਲ ਪਾਲ ਇਹਨਾਂ ਨੂੰ ਕਿਹਾ ਜਾਂਦਾ ਹੈ ਗਰਮ ਦਲ ਦੇ ਨੇਤਾ। ਤਾਂ ਗਰਮ ਦਲ ਦੇ ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ, ਵਿਪਨ ਚੰਦਰ ਪਾਲ ਗਰਮ ਦਲ ਦੇ ਨੇਤਾ ਸੀ। ਅਤੇ ਇਹ ਅੰਗਰੇਜ਼ੀ ਸ਼ਾਸਨ ਨੂੰ ਭਾਰਤੀਆਂ ਲਈ ਇੱਕ ਸ਼ਰਾਪ ਮੰਨਦੇ ਸੀ ਅਤੇ ਸੰਘਰਸ਼ ਕਰਦੇ ਸੀਗੇ। ਇਹਨਾਂ ਨੇ ਲੜਾਈ ਦੇ ਨਾਲ, ਠੀਕ ਹੈ, ਹਿੰਸਾ ਦੇ ਨਾਲ ਜਿਹੜਾ ਸੀਗਾ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜਲੂਸ ਕੱਢੇ, ਭਾਸ਼ਣ ਦਿੱਤੇ, ਅਖਬਾਰ ਵੀ ਛਾਪੇ। ਠੀਕ ਹੈ, ਉਸ ਤੋਂ ਬਾਅਦ ਕੁਐਸਚਨ ਹੈ ਬੰਗਾਲ ਦੀ ਵੰਡ। ਤਾਂ ਬੰਗਾਲ ਦੀ ਵੰਡ ਲਾਰਡ ਕਰਜ਼ਨ ਨੇ 1905 ਵਿੱਚ ਕੀਤੀ ਸੀ ਅਤੇ ਇਹ ਕਹਿ ਕੇ ਉਚਿਤ ਠਹਿਰਾਇਆ ਕਿ ਅਜਿਹਾ ਪ੍ਰਸ਼ਾਸਨਿਕ ਮੁਸ਼ਕਲਾਂ ਕਰਕੇ ਕੀਤਾ ਗਿਆ ਬੰਗਾਲ ਦੀ ਵੰਡ, ਕਿਉਂਕਿ ਬੰਗਾਲ ਬਹੁਤ ਵੱਡਾ ਰਾਜ ਸੀ ਅਤੇ ਇਸ ਦਾ ਪ੍ਰਸ਼ਾਸਨ ਸਰਕਾਰ ਕੋਲੇ ਚਲਾਉਣਾ ਸੰਭਵ ਸੀ। ਇਸ ਕਰਕੇ ਪਰ ਅਸਲ ਇਸ ਵੰਡ ਦਾ ਉਦੇਸ਼ ਕੀ ਸੀ? ਹਿੰਦੂ ਅਤੇ ਮੁਸਲਮਾਨਾਂ ਵਿੱਚ ਫੁੱਟ ਪਾਉਣੀ। ਤਾਂ ਬੰਗਾਲ ਦੀ ਵੰਡ ਤਾਂ ਹੀ ਕੀਤੀ ਗਈ ਸੀ। ਸਵਦੇਸ਼ੀ ਅਤੇ ਬਾਈਕਾਟ। ਸਵਦੇਸ਼ੀ ਅਤੇ ਬਾਈਕਾਟ ਤੋਂ ਕੀ ਭਾਵ ਹੈ? 1905 ਵਿੱਚ ਬੰਗਾਲ ਦੀ ਵੰਡ ਹੋਈ, ਇਸ ਦੇ ਵਿਰੁੱਧ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਚਲਾਇਆ ਗਿਆ। ਸਵਦੇਸ਼ੀ ਦਾ ਮਤਲਬ ਦੇਸ਼ੀ ਚੀਜ਼ਾਂ ਦੀ ਵਰਤੋਂ ਕਰੋ, ਦੇਸ਼ 'ਚ ਬਣੀਆਂ ਹੋਈਆਂ, ਤਾਂ ਕਿ ਦੇਸ਼ ਉੱਨਤ ਹੋਵੇ। ਬਾਈਕਾਟ ਦਾ ਮਤਲਬ ਹੈ ਬਾਹਰਲੀਆਂ ਚੀਜ਼ਾਂ ਦਾ ਬਾਈਕਾਟ ਕਰ ਦਿਓ। ਸਵਦੇਸ਼ੀ ਚੀਜ਼ਾਂ ਅਪਣਾਓ, ਬਾਈਕਾਟ ਕਰ ਦਿਓ ਬਾਹਰਲੀਆਂ ਚੀਜ਼ਾਂ ਦਾ। ਤਾਂ ਇਹ ਅੰਦੋਲਨ 1911 ਤੱਕ ਚੱਲਿਆ, 1905 ਤੋਂ। ਪਰ ਇਹ ਉਦੋਂ ਤੱਕ ਚੱਲਿਆ 1911 ਤੱਕ ਜਦੋਂ ਤੱਕ ਬੰਗਾਲ ਦੀ ਵੰਡ ਕੈਂਸਲ ਨਾ ਹੋ ਗਈ। ਉਸ ਤੋਂ ਬਾਅਦ ਕੁਐਸਚਨ ਹੈ ਗਦਰ ਪਾਰਟੀ। ਗਦਰ ਪਾਰਟੀ ਤੋਂ ਕੀ ਭਾਵ ਹੈ? 21 ਅਪ੍ਰੈਲ 1913 ਨੂੰ ਸਨ ਫਰਾਂਸਿਸਕੋ ਦੇ ਵਿੱਚ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ। ਸੋਹਣ ਸਿੰਘ ਭਕਨਾ, ਮੁਹੰਮਦ ਬਰਕਤੁੱਲਾ, ਭਾਈ ਪਰਮਾਨੰਦ, ਲਾਲਾ ਹਰਦਿਆਲ ਇਸ ਪਾਰਟੀ ਦੇ ਨੇਤਾ ਸੀ ਤੇ ਇਹਨਾਂ ਦਾ ਉਦੇਸ਼ ਸੀ ਭਾਰਤ ਦੀ ਸੁਤੰਤਰ ਲਈ ਗਦਰ ਕਰਨਾ। ਠੀਕ ਹੈ, ਜੋਸ਼ ਦੇ ਨਾਲ ਜਿਹੜਾ ਸੀਗਾ ਕੰਮ ਕਰਨਾ। ਗਦਰ ਪਾਰਟੀ ਚਾਹੇ ਅਸਫਲ ਰਹੀ ਹੈ ਪਰ ਫਿਰ ਵੀ ਇਸ ਦੇ ਨਤੀਜੇ ਬੜੇ ਵਧੀਆ ਨਿਕਲੇ ਨੇ। ਕਾਮਾਗਾਟਾ ਮਾਰੂ ਦੁਰਘਟਨਾ ਬਹੁਤ ਇੰਪੋਰਟੈਂਟ ਕੁਐਸਚਨ ਹੈ। ਬਾਬਾ ਗੁਰਦੀਪ ਸਿੰਘ ਕੌਣ ਸੀ? ਕਾਮਾਗਾਟਾ ਮਾਰੂ ਦੁਰਘਟਨਾ ਕੀ ਸੀ? ਤਾਂ ਕਾਮਾਗਾਟਾ ਮਾਰੂ ਇੱਕ ਜਹਾਜ਼ ਦਾ ਨਾਮ ਸੀ, ਪਾਣੀ ਵਾਲਾ ਜਹਾਜ਼ ਜਿਹੜਾ ਚੱਲਦਾ ਨਾ ਉਹਦਾ ਨਾਮ ਸੀ। ਇਹ ਜਹਾਜ਼ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਦੇ ਹੇਠ ਹਾਂਗਕਾਂਗ ਤੋਂ 4 ਅਪ੍ਰੈਲ 1914 ਨੂੰ ਰਵਾਨਾ ਹੋ ਕੇ 23 ਮਈ 1914 ਨੂੰ ਕੈਨੇਡਾ ਦੀ ਬੰਦਰਗਾਹ ਵੈਨਕੂਵਰ ਤੱਕ ਪਹੁੰਚਿਆ ਅਤੇ ਇਸ 'ਚ 376 ਯਾਤਰੀ ਸਵਾਰ ਸੀ। ਉੱਥੋਂ ਦੀ ਸਰਕਾਰ ਨੇ ਇਹਨਾਂ ਯਾਤਰੀਆਂ ਨੂੰ ਕੈਨੇਡਾ ਨਾ ਉਤਰਨ ਦਿੱਤਾ। ਆਖਰ ਮਜਬੂਰ ਹੋ ਕੇ ਇਹ ਜੁਲਾਈ 1914 ਉੱਥੋਂ ਦੀ ਦੁਬਾਰਾ ਭਾਰਤ ਲਈ ਰਵਾਨਾ ਹੋ ਗਿਆ ਅਤੇ ਇਸ ਦੇ ਵਿੱਚ ਖਾਣ ਪੀਣ ਦਾ ਸਮਾਨ ਮੁੱਕ ਗਿਆ ਸੀ। ਬਹੁਤ ਸਾਰੇ ਜਿਹੜੇ ਲੋਕ ਸੀਗੇ, ਬਹੁਤ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਆਇਆ, ਕਾਫੀਆਂ ਦੀ ਡੈਥ ਵੀ ਹੋ ਗਈ ਸੀ। ਕਕੋਰੀ ਕਾਂਡ ਕੀ ਹੈ? ਤਾਂ ਕਕੋਰੀ ਸਾਜ਼ਿਸ਼ ਕੀ ਹੈ? 1925 ਨੂੰ ਕ੍ਰਾਂਤੀਕਾਰੀਆਂ ਦੇ ਇੱਕ ਦਲ ਨੇ ਹਰਦੋਈ ਤੋਂ ਲਖਨਊ ਜਾਰੀ ਇੱਕ ਰੇਲ ਨੂੰ ਜੰਜੀਰ ਖਿੱਚ ਕੇ ਕਾਕੋਰੀ ਨਾਂ ਦੇ ਪਿੰਡ ਕੋਲ ਰੋਕਿਆ ਅਤੇ ਸਰਕਾਰੀ ਖਜ਼ਾਨਾ ਲੁੱਟ ਲਿਆ। ਤਾਂ ਸਰਕਾਰੀ ਖਜ਼ਾਨਾ ਜਾ ਰਿਹਾ ਸੀ ਕਾਕੋਰੀ ਪਿੰਡ ਦੇ ਵਿੱਚ ਹਰਦੋਈ ਤੋਂ ਲਖਨਊ। ਤਾਂ ਛੇਤੀ ਹੀ ਸਰਕਾਰ ਨੇ ਇਸ ਕਾਰਵਾਈ ਦੇ ਲਈ ਕਾਫੀ ਸਾਰੇ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਾਕੋਰੀ ਸਾਜ਼ਿਸ਼ ਦੇ ਵਿੱਚ ਮੁਕੱਦਮੇ ਚਲਾਏ ਗਏ। 4 ਕ੍ਰਾਂਤੀਕਾਰੀ ਰਾਮ ਪ੍ਰਸਾਦ ਬਿਸਮਿਲ, ਉਸ਼ਫਾਕੁੱਲਾ ਖਾਂ, ਰੋਸ਼ਨ ਸਿੰਘ, ਰਾਜਿੰਦਰ ਲਾੜੀ ਨੂੰ ਜਿਹੜਾ ਸੀਗਾ
ਗ੍ਰਿਫਤਾਰ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ ਹੋਰਾਂ ਨੂੰ ਬਹੁਤ ਸਾਰੀਆਂ ਲੰਬੀਆਂ ਲੰਬੀਆਂ ਸਜ਼ਾਵਾਂ ਦਿੱਤੀਆਂ ਗਈਆਂ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਹਾਂ ਆਪਾਂ ਨਵੇਂ ਵੀਡੀਓ ਦੇ ਨਾਲ।